ਹੋਪ ਗਲੋਬਲ ਟੀਵੀ ਵੇਖ ਰਹੇ ਦੇਸ਼ ਅਤੇ ਵਿਦੇਸ਼ਾਂ ਦੇ ਸਾਰੇ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਪ੍ਰੋਗਰਾਮ ਗੁਰਮਤਿ ਵਿਚਾਰ ਵਿੱਚ ਨਿੱਘਾ ਸਵਾਗਤ। ਸਾਧ ਸੰਗਤ ਜੀ, ਇਸ ਪ੍ਰੋਗਰਾਮ ਦੇ ਵਿੱਚ ਜੈਸੇ ਆਪ ਜਾਣਦੇ ਹੋ ਕਿ ਅਸੀਂ ਵੱਖ-ਵੱਖ ਵਿਦਵਾਨਾਂ ਨੂੰ ਬੁਲਾ ਕੇ ਆਪ ਜੀ ਦੇ ਰੂਬਰੂ ਕਰਦੇ ਹਾਂ ਅਤੇ ਉਹਨਾਂ ਦੇ ਨਾਲ ਅਸੀਂ ਕਰਦੇ ਹਾਂ ਗੁਰਮਤਿ ਵਿਚਾਰਾਂ ਦੀ ਸਾਂਝ। ਅਤੇ ਅੱਜ ਸਾਡੇ ਨਾਲ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੇ ਵਿਚਾਰਾਂ ਦੀ ਸਾਂਝ ਪਾਉਣ ਲਈ ਪਹੁੰਚੇ ਹੋਏ ਨੇ ਸਰਦਾਰ ਹਰਪ੍ਰੀਤ ਸਿੰਘ ਜੀ। ਸਰਦਾਰ ਹਰਪ੍ਰੀਤ ਸਿੰਘ ਜੀ ਗੁਰੂ ਨਾਨਕ 5th ਸੈਂਟਨਰੀ ਸਕੂਲ ਮਸੂਰੀ ਦੇ ਵਿੱਚ ਅਧਿਆਪਕ ਨੇ ਔਰ ਇਸ ਦੇ ਨਾਲ ਹੀ ਇਹਨਾਂ ਨੇ ਰੇਡੀਓ ਖੁਸ਼ੀ 90.4 FM 'ਤੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਬਹੁਤ ਸਾਰੇ ਪ੍ਰੋਗਰਾਮ ਦਿੱਤੇ ਹੈ। ਅਤੇ ਅੱਜ ਵੀਰ ਜੀ ਹੋਰਾਂ ਤੋਂ ਅਸੀਂ ਜਾਣਨਾ ਹੈ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜੀਵਨ ਅਤੇ ਉਹਨਾਂ ਦੇ ਇਤਿਹਾਸ ਦੇ ਬਾਰੇ 'ਚ। ਔਰ ਵੀਰ ਜੀ ਤੁਹਾਡਾ ਪ੍ਰੋਗਰਾਮ ਗੁਰਮਤਿ ਵਿਚਾਰ ਵਿੱਚ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰ ਗੁਰਵੇਲ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਿ ਉਹਨਾਂ ਨੇ ਦੁਬਾਰਾ ਮੌਕਾ ਦਿੱਤਾ ਆਪ ਸਭ ਦਰਸ਼ਕਾਂ ਦੇ ਰੂਬਰੂ ਹੋਣ 'ਤੇ। ਔਰ ਅਸੀਂ ਅੱਜ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 9ਵੇਂ ਪਾਤਸ਼ਾਹ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਹਿੰਦੇ ਹਾਂ, ਉਹਨਾਂ ਦੇ ਜੀਵਨ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ। ਅਤੇ ਜ਼ਰੂਰ ਆਪ ਜੀ ਇਸ ਨੂੰ ਵਿਚਾਰਾਂ ਨੂੰ ਸੁਣਨਾ ਅਤੇ ਜੇ ਕਿਸੇ ਤਰ੍ਹਾਂ ਦਾ ਕੋਈ ਵੀ ਸੁਝਾਅ ਜਾਂ ਕੋਈ ਸੁਜੈਸ਼ਨ ਹੋਵੇ ਤਾਂ ਆਪ ਜੀ ਜ਼ਰੂਰ ਦੇਣਾ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬਾਰੇ 'ਚ ਬਹੁਤ ਹੀ ਸੁੰਦਰ ਸ਼ਬਦ ਕਹੇ ਹੋਏ ਹਨ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ। ਮਤਲਬ ਕਿ ਜਿਹੜਾ ਵੀ ਮਨੁੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਧਿਆਨ ਧਰਦਾ ਹੈ, ਉਹਨਾਂ ਦੀ ਬਾਣੀ ਪੜ੍ਹਦਾ ਹੈ, ਉਹਨਾਂ ਦੇ ਜੀਵਨ ਦੀਆਂ ਵਿਚਾਰਾਂ ਨੂੰ ਸੁਣਦਾ ਹੈ, ਉਹਦੇ ਘਰ 9 ਨਿਧੀਆਂ 18 ਸਿੱਧੀਆਂ, ਸਾਰੇ ਹੀ ਸੁੱਖ ਸਾਰੀਆਂ ਸੁਵਿਧਾਵਾਂ ਆਪਣੇ ਆਪ ਧਾਏ ਦਾ ਮਤਲਬ ਹੁੰਦਾ ਦੌੜੀਆਂ ਚੱਲੀਆਂ ਆਉਂਦੀਆਂ। ਔਰ ਅੱਜ ਉਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਾਂ ਜੀਵਨ ਅਤੇ ਵਿਚਾਰਾਂ ਦੀ ਸਾਂਝ ਕਰੀਏ ਸ਼ੁਰੂ। ਸਭ ਤੋਂ ਪਹਿਲੇ ਤਾਂ ਸਤਿਗੁਰਾਂ ਦਾ ਪ੍ਰਕਾਸ਼, ਉਹ ਕਿਹੜਾ ਪਵਿੱਤਰ ਸ਼ਹਿਰ ਅਤੇ ਉਹ ਕਿਹੜੇ ਮਹਾਨ ਮਾਤਾ ਪਿਤਾ ਜਿਨ੍ਹਾਂ ਦੇ ਘਰ ਇਸ ਇਲਾਹੀ ਜੋਤ ਨੇ ਅਵਤਾਰ ਧਾਰਿਆ। ਜੀ ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਉਹਨਾਂ ਦੇ ਜਨਮ ਬਾਰੇ ਦੱਸਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਵੀ ਹੋਏ ਹਨ ਸੈਨਪਤ ਜੀ। ਉਹਨਾਂ ਦਾ ਇੱਕ ਗ੍ਰੰਥ ਰਚਿਆ ਹੈ ਗੁਰਸੋਭਾ ਗ੍ਰੰਥ। ਉਹਦੇ ਵਿੱਚ ਇੱਕ ਬਹੁਤ ਸੁੰਦਰ ਲਾਈਨ ਮੈਨੂੰ ਪੜ੍ਹਨ 'ਚ ਮਿਲੀ ਹੈ। ਉਹਦੇ ਵਿੱਚ ਉਸਨੇ ਲਿਖਿਆ ਹੈ ਕਿ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਕੀ ਚਾਦਰ। ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕੇਵਲ ਹਿੰਦੁਸਤਾਨ ਨੂੰ ਨਹੀਂ, ਕੇਵਲ ਹਿੰਦੂਆਂ ਦੇ ਧਰਮ ਨੂੰ ਨਹੀਂ, ਪੂਰੀ ਸ੍ਰਿਸ਼ਟੀ ਨੂੰ ਆਪਣੇ ਤਨ ਦਾ ਠੀਕੜਾ ਫੋੜ ਕੇ ਆਪਣੇ ਤਨ ਦੀ ਚਾਦਰ ਨਾਲ ਢੱਕਿਆ। ਔਰ ਇਹ ਪੂਰੀ ਸ੍ਰਿਸ਼ਟੀ ਨੂੰ ਢੱਕਿਆ, ਇਹ ਪੂਰੇ ਸੰਸਾਰ ਨੂੰ, ਪੂਰੀ ਕੁਦਰਤ ਨੂੰ ਢੱਕਿਆ। ਅਤੇ ਇਸ ਦੀ ਮਹਾਨਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਿੱਤਰ ਨਾਟਕ 'ਚ ਕਰਦੇ ਹਨ। ਕਹਿੰਦੇ ਹਨ ਠੀਕਰ ਫੋੜ ਦਲੀ ਸਿਰ ਪ੍ਰਭੁਰ ਕੀਓ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁਆਨ। ਭਾਵ ਅਰਥ ਇਹ ਕਿ ਗੁਰੂ ਤੇਗ ਬਹਾਦਰ ਜੀ ਦੀ ਜੋ ਸ਼ਹੀਦੀ ਹੈ, ਇਸ ਤਰ੍ਹਾਂ ਦੀ ਸ਼ਹੀਦੀ, ਇਸ ਤਰ੍ਹਾਂ ਦੀ ਕਿਰਿਆ, ਇਸ ਤਰ੍ਹਾਂ ਦਾ ਕੰਮ ਕਿਸੇ ਵੀ ਗੁਰੂ ਨੇ ਪਹਿਲਾਂ ਨਹੀਂ ਕੀਤਾ। ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਹੋਈ ਹੈ, ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਪਰ ਜਿਸ ਤਰ੍ਹਾਂ ਦੀ ਸ਼ਹੀਦੀ, ਪਰਉਪਕਾਰ ਵਾਲੀ ਸ਼ਹੀਦੀ, ਇਹ ਆਪਣੇ ਧਰਮ ਵਾਸਤੇ, ਆਪਣੇ ਕਾਰਜ ਵਾਸਤੇ ਹਰ ਕੋਈ ਲੜਦਾ ਝਗੜਦਾ ਹੈ, ਪਰ ਦੂਜਿਆਂ ਦੇ ਲਈ ਜੋ ਜਾਨ ਕੁਰਬਾਨ ਕਰਦਾ ਉਸਨੂੰ ਪਰਉਪਕਾਰ ਕਿਹਾ ਜਾਂਦਾ ਹੈ। ਇਹ ਪਰਉਪਕਾਰ ਵਾਲੀ ਸ਼ਹੀਦੀ ਇਸ ਨੇ ਪੂਰੀ ਸ੍ਰਿਸ਼ਟੀ ਨੂੰ ਢੱਕਿਆ ਸੀ। ਸੋ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਤੋਂ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਜਨਮ ਹੈ ਅੰਮ੍ਰਿਤਸਰ ਦੇ ਪਵਿੱਤਰ ਸਥਾਨ ਗੁਰੂ ਕੇ ਮਹਿਲ ਵਿੱਚ ਹੁੰਦਾ ਹੈ। 1 ਅਪ੍ਰੈਲ 1621 ਈਸਵੀ ਦੇ ਵਿੱਚ ਗੁਰੂ ਸਾਹਿਬਾਂ ਦਾ ਜਨਮ ਹੁੰਦਾ ਹੈ। ਪਿਤਾ ਗੁਰੂ ਹਰਗੋਬਿੰਦ ਸਾਹਿਬ 6ਵੇਂ ਗੁਰੂ ਔਰ ਮਾਤਾ ਨਾਨਕੀ ਜੀ। ਪਿਤਾ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ, ਕਿਉਂਕਿ ਇਹਨਾਂ ਦੇ 4 ਭਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਹੋਰ ਸਨ, ਜਿਨ੍ਹਾਂ ਦੇ ਵਿੱਚ ਇਹਨਾਂ ਦਾ ਪਹਿਲੇ ਦਾ ਨਾਮ ਬਾਬਾ ਗੁਰਦਿੱਤਾ ਜੀ, ਦੂਸਰੇ ਅਨੀ ਰਾਏ, ਅਟਲ ਰਾਏ, ਸੂਰਜਮਲ ਅਤੇ ਚੌਥੇ ਤੇਗ ਬਹਾਦਰ ਸਾਹਿਬ ਜੀ। ਔਰ ਬਚਪਨ ਦੀ ਇੱਕ ਘਟਨਾ ਇਤਿਹਾਸ ਤੋਂ ਪੜ੍ਹਨ ਤੋਂ ਪਤਾ ਚੱਲਦਾ ਹੈ ਕਿ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਹੁਤ ਲਾਡ ਪਿਆਰ ਕਰਦੇ ਹਨ ਅਤੇ ਨਾਨਕੀ ਜੀ ਸੁਪਤਨੀ ਉਹਨਾਂ ਦੇ ਪੁੱਛਦੇ ਹਨ ਕਿ ਤੁਸੀਂ 5 ਸਾਹਿਬਜ਼ਾਦਿਆਂ ਵਿੱਚੋਂ ਛੋਟੇ ਸਾਹਿਬਜ਼ਾਦੇ ਨੂੰ ਕਿਉਂ ਇੰਨਾ ਪਿਆਰ ਕਰਦੇ ਹੋ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਕਿਹਾ ਸੀ ਕਿ
ਇਹ ਜੋ ਪੁੱਤਰ ਹੈ ਇਹਦੇ ਵਿੱਚ ਦੋ ਗੱਲਾਂ ਮੈਨੂੰ ਦਿਸਦੀਆਂ ਹਨ ਜੀ। ਪਹਿਲੀ ਗੱਲ ਉਹਨਾਂ ਨੇ ਗੁਰਬਾਣੀ ਦੀ ਲਾਈਨ ਵਿੱਚ ਕਹੀ ਸੀ, ਅਜਰ ਜਰ ਔਰ ਧੀਰ ਤੁਰ ਅੰਦਰ, ਕਿ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਧੀਰਜ ਹੈ, ਸਿਖਰ ਦਾ ਧੀਰਜ, ਸਬਰ, ਸੰਤੋਖ। ਕਹਿੰਦੇ ਇਹ ਸਬਰ, ਸੰਤੋਖ, ਇਹ ਧੀਰਜ ਮੈਨੂੰ ਇਹ ਆਪਣੇ ਆਪ ਉੱਤੇ, ਇਸ ਦੇ ਉੱਤੇ ਮੋਹਿਤ ਕਰ ਦਿੰਦਾ ਹੈ ਜੀ। ਦੂਸਰੀ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਨਕੀ ਜੀ ਨੂੰ ਕਹੀ ਕਿ ਇਹਦੇ ਵਿੱਚ, ਇਸ ਛੋਟੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਵਿੱਚ ਮੈਨੂੰ ਇੱਕ ਹੋਰ ਗੱਲ ਦਿਸਦੀ ਹੈ, ਉਹ ਇਹ ਹੈ ਕਿ ਇਸਕੇ ਗ੍ਰਹਿ ਸੁਤ ਹੋਏ ਬਲਵੰਡ, ਤੇਜ ਪ੍ਰਚੰਡ, ਤੁਰੰਡ ਜਮਦੰਡ, ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਘਰ ਇੱਕ ਐਸਾ ਬਲੀ ਪੈਦਾ ਹੋਏਗਾ, ਐਸਾ ਸੂਰਬੀਰ ਪੈਦਾ ਹੋਏਗਾ, ਐਸਾ ਯੋਧਾ ਪੈਦਾ ਹੋਏਗਾ ਜੋ ਜ਼ੁਲਮ ਅਤੇ ਅਨਿਆਂ ਨੂੰ ਖਤਮ ਕਰ ਦੇਵੇਗਾ। ਅਤੇ ਇਹ ਗੁਰੂ ਸਾਹਿਬਾਂ ਦੇ ਸੁਭਾਅ ਅਤੇ ਉਹਨਾਂ ਦੇ ਪ੍ਰੇਮ ਕਰਕੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਨੂੰ ਬਹੁਤ ਪਿਆਰ ਕਰਦੇ ਸਨ। ਅਤੇ ਅਗਲੀ ਗੱਲ ਮੈਂ ਇੱਥੇ ਨਾਲ ਹੀ ਦੱਸ ਦਿਆਂ ਕਿ 9 ਸਾਲ ਗੁਰੂ ਸਾਹਿਬਾਂ ਦਾ ਬਚਪਨ ਉੱਥੇ ਅੰਮ੍ਰਿਤਸਰ ਬੀਤਦਾ ਹੈ। ਪੜ੍ਹਾਈ ਲਿਖਾਈ ਦਾ ਜਿੰਨਾ ਵੀ ਜ਼ਿੰਮੇਦਾਰੀ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਸੀ। ਸੁਭਾਅ ਤੋਂ, ਬਚਪਨ ਤੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਗੰਭੀਰ, ਦਲੇਰ, ਨਿਰਭੈ, ਤਿਆਗੀ ਅਤੇ ਸੰਤ ਸਰੂਪ ਸਨ। ਇੱਕ ਛੋਟੀ ਜਿਹੀ ਘਟਨਾ ਹੋਰ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਪਣੇ ਵੱਡੇ ਬੇਟੇ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਲਈ ਜਾਣ ਲੱਗੇ, ਤਿਆਰ ਹੋਣ ਲੱਗੇ, ਅਤੇ ਉਸ ਵਕਤ ਬਾਬਾ ਤੇਗ ਬਹਾਦਰ, ਜਿਨ੍ਹਾਂ ਨੂੰ ਅਸੀਂ ਗੁਰੂ ਤੇਗ ਬਹਾਦਰ ਕਹਿੰਦੇ ਹਾਂ, ਉਹ ਛੋਟੇ ਸਨ, 4 ਸਾਲ ਦੀ ਉਮਰ ਸੀ। ਉਸ ਵਕਤ ਉਹਨਾਂ ਨੂੰ ਸੋਹਣੇ ਬਸਤਰ ਅਤੇ ਸੋਨੇ ਦੇ ਕੰਗਣ ਪਹਿਨਾਏ ਗਏ। ਬਰਾਤ ਜਦੋਂ ਜਾ ਰਹੀ ਸੀ ਅਤੇ ਬਰਾਤ ਜਾਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਕ ਛੋਟਾ ਜਿਹਾ ਬੱਚਾ ਮਿਲਿਆ ਜੋ ਵਿਚਾਰਾ ਸਰੀਰ ਤੋਂ ਨੰਗਾ ਸੀ। ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਨੂੰ ਪੁੱਛਿਆ ਕਿ ਤੇਰੇ ਕੋਲ ਖਾਣ ਲਈ ਕੁਛ ਨਹੀਂ, ਤੇਰੇ ਕੋਲ ਪਹਿਨਣ ਲਈ ਕੁਛ ਨਹੀਂ? ਅਤੇ ਉਸ ਬੱਚੇ ਨੇ ਕਿਹਾ, ਜੀ ਮੇਰੇ ਕੋਲ ਕੁਝ ਨਹੀਂ ਹੈ, ਜੇ ਤੁਸੀਂ ਦੇ ਸਕਦੇ ਹੋ ਤਾਂ ਦੇ ਦਿਓ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੋ ਉਸ ਵਕਤ 4 ਸਾਲ ਦੀ ਉਮਰ ਦੇ ਵਿੱਚ ਸਨ, ਉਹਨਾਂ ਨੇ ਆਪਣੇ ਬਸਤਰ ਅਤੇ ਸੋਨੇ ਦੇ ਕੰਗਣ ਉਤਾਰ ਕੇ ਉਸ ਬੱਚੇ ਨੂੰ ਪਹਿਨਾ ਦਿੱਤੇ। ਜਦੋਂ ਉਹ ਆਪ ਖੁਦ ਗੁਰੂ ਸਾਹਿਬ ਕੇਵਲ ਕਛਹਿਰੇ ਦੇ ਨਾਲ ਸਿਰਫ ਘਰ ਪਹੁੰਚਦੇ ਹਨ ਅਤੇ ਮਾਤਾ ਨਾਨਕੀ ਜੀ ਬਹੁਤ ਹੈਰਾਨ ਹੁੰਦੇ ਹਨ। ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਫੜ ਕੇ ਹਰਗੋਬਿੰਦ ਸਾਹਿਬ ਜੀ ਕੋਲ ਲੈ ਜਾਂਦੇ ਹਨ। ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦੇ ਹਨ ਕਿ ਇਹ ਤੁਹਾਡਾ ਪੁੱਤਰ ਇੰਨਾ ਦਾਨੀ ਹੈ ਕਿ ਬਾਹਰ ਜੋ ਵੀ ਕੋਈ ਲੱਭਦਾ ਹੈ ਉਸ ਨੂੰ ਆਪਣੇ ਕੱਪੜੇ ਵੀ ਉਤਾਰ ਕੇ ਦੇ ਆਇਆ ਹੈ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੀ ਗੰਭੀਰ ਮੁਦਰਾ ਵਿੱਚ ਬੀਬੀ ਨਾਨਕੀ ਜੀ ਨੂੰ ਇਹ ਕਿਹਾ ਕਿ ਇਹ ਕੇਵਲ ਕੱਪੜੇ ਹੀ ਨਹੀਂ ਦੇਗਾ, ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਸਰੀਰ ਦੇ ਨਾਲ ਪੂਰੇ ਸੰਸਾਰ ਨੂੰ ਵੀ ਢੱਕੇਗਾ। ਉਸ ਵਕਤ 'ਤੇ ਬੀਬੀ ਨਾਨਕੀ ਜੀ ਨੂੰ ਨਹੀਂ ਪਤਾ ਚੱਲਿਆ, ਪਰ ਵਾਕਈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੁੰਦੀ ਹੈ ਅਤੇ ਉਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ, ਹਿੰਦੁਸਤਾਨ ਦੀ ਰੱਖਿਆ, ਨਾਲ ਹੀ ਸ੍ਰਿਸ਼ਟੀ ਦੀ ਰੱਖਿਆ ਵੀ ਕੀਤੀ। ਪਿਓ ਦਾਦੇ ਜੇਵਾ, ਪੋਤਾ ਪ੍ਰਵਾਨ, ਵਾਕਿਆ ਹੀ ਜਿਸ ਤਰ੍ਹਾਂ ਇਹਨਾਂ ਦੇ ਪਿਤਾ ਔਰ ਇਹਨਾਂ ਦੇ ਜਿਹੜੇ ਹੈ ਦਾਦਾ ਜੀ ਮਹਾਨ ਸਨ, ਉਸੇ ਤਰ੍ਹਾਂ ਦੀ ਮਹਾਨਤਾ ਸ਼ੁਰੂ ਤੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿੱਚ ਜਿਹੜੀ ਹੈ ਉਹ ਬਚਪਨ ਤੋਂ ਹੀ ਝਲਕਣ ਲੱਗ ਪਈ ਸੀ। ਔਰ ਇੱਕ ਚੀਜ਼ ਹੋਰ ਹੈ, ਜਦ ਕੋਈ ਵੱਡਾ ਕੰਮ ਕਰਨਾ ਹੁੰਦਾ ਤਾਂ ਵੱਡੇ ਕੰਮ ਦੀ ਤਿਆਰੀ ਵੀ ਵੱਡੀ ਕਰਨੀ ਪੈਂਦੀ ਹੈ, ਔਰ ਖਾਸ ਕਰਕੇ ਬਾਹਰੀ ਤਿਆਰੀ ਨਾਲੋਂ ਜ਼ਿਆਦਾ ਜ਼ਰੂਰੀ ਹੁੰਦਾ ਮਾਨਸਿਕ ਤਿਆਰੀ। ਹੁਣ ਇਹ ਮਾਨਸਿਕ ਤਿਆਰੀ ਦਾ ਸਮਾਂ ਜਿਹੜਾ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਕਿਸ ਤਰ੍ਹਾਂ ਮਿਲਦਾ ਹੈ, ਕਿਉਂਕਿ ਇੱਥੇ ਮੈਂ ਇਹ ਵੀ ਦੱਸ ਦੇਵਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਸੀ ਉਹ ਪ੍ਰਚਾਰ ਦੇ ਵਿੱਚ ਸ਼ੁਰੂ ਤੋਂ ਹੀ ਲੱਗੇ ਰਹੇ, ਔਰ ਪ੍ਰਚਾਰ ਦੇ ਵਿੱਚੋਂ ਸਿੱਖੀ ਦੇ ਪ੍ਰਚਾਰ ਤੋਂ ਦੂਰ ਨਹੀਂ ਹੋਏ। ਪਰੰਤੂ ਇਹਦੇ ਨਾਲ ਨਾਲ ਬਾਬਾ ਬਕਾਲੇ ਦਾ ਕੁਝ ਸਮਾਂ ਮਿਲਦਾ ਹੈ। ਬਾਬੇ ਬਕਾਲੇ ਗੁਰੂ ਸਾਹਿਬ ਕਿਸ ਤਰ੍ਹਾਂ ਪਹੁੰਚਦੇ ਨੇ, ਔਰ ਉਸ ਜਗ੍ਹਾ 'ਤੇ ਜਿਹੜਾ ਸਾਰੇ ਦਾ ਸਾਰਾ ਕਾਰਿਆਕਰਮ ਚੱਲਦਾ ਹੈ ਉਹ ਕਿਵੇਂ ਚੱਲਦਾ ਹੈ, ਉਹ ਸਾਰੀਆਂ ਚੀਜ਼ਾਂ ਦੱਸ। ਬਾਬਾ ਬਕਾਲਾ ਸਾਹਿਬ ਦਾ ਇਤਿਹਾਸ ਦੱਸਣ ਤੋਂ ਪਹਿਲਾਂ ਮੈਂ ਆਪ ਜੀ ਨੂੰ ਥੋੜ੍ਹਾ ਜਿਹਾ ਪਿੱਛੇ ਜ਼ਰੂਰ ਇੱਕ ਪ੍ਰਸੰਗ ਜੋ ਹੈ, ਇੱਕ ਜੋ ਘਟਨਾ ਹੈ ਉਹ ਜ਼ਰੂਰ ਆਪ ਜੀ ਦੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਕਰਤਾਰਪੁਰ ਸਾਹਿਬ ਸਨ ਅਤੇ ਕਰਤਾਰਪੁਰ ਸਾਹਿਬ ਦੇ ਵਿੱਚ ਚੌਥੀ ਜੰਗ ਜਦੋਂ ਹੁੰਦੀ ਹੈ ਅਤੇ ਉਸ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਤੇਗ ਦੇ ਜੌਹਰ ਦਿਖਾਏ। ਜਦੋਂ ਇਹ ਤੇਗ ਦੇ ਜੌਹਰ ਦਿਖਾਏ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਹਾਦਰੀ ਅਤੇ ਨਿਰਭੈਤਾ, ਨਿਡਰਤਾ ਕਾਰਨ ਜਦੋਂ ਜੰਗ ਜਿੱਤਿਆ ਗਿਆ, ਅਤੇ ਜੰਗ ਜਿੱਤਣ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਸਾਹਿਬ
ਆਪਣੇ ਪਿਤਾ ਹਰਗੋਬਿੰਦ ਸਾਹਿਬ ਜੀ ਕੋਲ ਆਉਂਦੇ ਹਨ, ਅਤੇ ਇਤਿਹਾਸ ਵਿੱਚ ਪੜ੍ਹਨ 'ਤੇ ਪਤਾ ਚੱਲਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਖੁਸ਼ ਹੋ ਕੇ ਉਹਨਾਂ ਨੇ ਆਪਣੇ ਪੁੱਤਰ ਨੂੰ, ਛੋਟੇ ਸਾਹਿਬਜ਼ਾਦੇ ਨੂੰ ਆਪਣੇ ਗਲ ਨਾਲ ਲਾਇਆ ਅਤੇ 2 ਚੀਜ਼ਾਂ ਦਿੱਤੀਆਂ। 2 ਚੀਜ਼ਾਂ ਉਹ ਬਖਸ਼ਿਸ਼ਾਂ ਸਨ। ਇੱਕ ਤੇ ਦੱਸਦੇ ਹਨ ਕਿ ਕਟਾਰ ਦਿੱਤੀ ਜੀ, ਔਰ ਇੱਕ ਦੱਸਦੇ ਹਨ ਕਿ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੁਮਾਲ ਦਿੱਤਾ ਉਹਨਾਂ ਨੂੰ। ਇਹੀ ਰੁਮਾਲ, ਇਹੀ ਜੋ ਰੁਮਾਲ ਸੀ, ਇਹ ਅੱਗੇ ਇੱਕ ਪਹਿਲਾਂ ਤਾਂ ਚਿੰਨ੍ਹ ਸੀਗਾ, ਅਤੇ ਇਸੇ ਰੁਮਾਲ ਨੇ ਉਸ ਸੰਸਾਰ ਨੂੰ ਢੱਕਿਆ। ਅਤੇ ਉਹ ਰੁਮਾਲ ਜਿਹੜਾ ਸੀ ਗੁਰੂ ਸਾਹਿਬਾਂ ਨੇ ਆਪਣੇ ਕੋਲ ਸੰਭਾਲ ਕੇ ਰੱਖਿਆ। ਔਰ ਜਿਹੜੀ ਸ਼ਮਸ਼ੀਰ ਸੀ, ਜਿਹੜਾ ਕਟਾਰ ਸੀ, ਉਹ ਕਟਾਰ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਕੋਲ ਰੱਖੀ, ਕਿਉਂਕਿ ਇਹ ਕਟਾਰ ਹੀ ਅੱਗੇ ਜਾ ਕੇ ਉਹਨਾਂ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਇਹ ਕਟਾਰ ਨੂੰ ਸ਼ਮਸ਼ੀਰ ਦੇ ਰੂਪ ਵਿੱਚ ਤਿਆਰ ਕਰਦਾ ਹੈ, ਅਤੇ ਸ਼ਮਸ਼ੀਰ ਦੇ ਰੂਪ ਵਿੱਚ ਤਿਆਰ ਕਰਕੇ ਅੰਮ੍ਰਿਤ ਸੰਚਾਰ ਕਰਕੇ ਇੱਕ ਐਸੀ ਕੌਮ ਤਿਆਰ ਕਰਦਾ, ਇੱਕ ਐਸਾ ਖਾਲਸਾ ਪੰਥ ਤਿਆਰ ਕਰਦਾ ਹੈ ਜਿਸ ਨੇ ਜ਼ੁਲਮ ਅਤੇ ਅਨਿਆਂ ਨੂੰ ਖਤਮ ਕੀਤਾ। ਔਰ ਜਦੋਂ ਇਹ ਕਟਾਰ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਦੀ ਹੈ, ਅਤੇ ਉੱਥੇ ਕੁਝ ਲਾਈਨਾਂ ਮਿਲਦੀਆਂ ਹਨ ਕਿ ਜਦੋਂ ਇਹ ਕਟਾਰ ਸ਼ਮਸ਼ੀਰ ਦੇ ਰੂਪ 'ਚ ਮਿਲਦੀ ਹੈ, ਅਤੇ ਗੁਰੂ ਗੋਬਿੰਦ ਸਿੰਘ ਜੀ ਇਹ ਕਹਿੰਦੇ ਹਨ कि एक एक को दर लूँगा शमशीर के आगे, रख दूँगा दिलो सीना चीर के आगे, पहले दुनिया झुकती थी तकदीर के आगे, अब तकदीर भी झुकेगी मेरी शमशीर के आगे। ये शमशीर जिहड़ी सी, ये शमशीर तलवार जिस नाल अमृत तैयार किया ते खालसा पंथ सजाया। तो ये बख्शिशां लैके जदों करतारपुर साहब तो गुरु साहब गुरु तेग बहादुर साहब पहुँचते हैं जी बाबा बकाला साहब। हाँ, ये बाबे बकाला साहब की गल दे नाल ही मैं इत्थे एक जरूरी गल होर आ गई विच वो दस देवां। डॉक्टर गोकुल चंद नारंग ने लिखिया है सतगुरां दा इतिहास, ते सतगुरां दे इतिहास विचों एक गल बड़ी प्यारी कहिंदा है कि जिहड़ी तलवार गुरु तेग बहादुर बनांदी है त्याग मल नूं, ते जिहड़ी तलवार नूं तुसीं गुरु गोबिंद सिंह दे हत्थां विच देखदे हो, इस तलवार दा फौलाद गुरु नानक देव जी ही तैयार कर गए सन, क्योंकि गुरु नानक देव जी दे समय ही बाबरकियां ते नाल सी जिहड़ी टक्कर हो गई सी बाबेकियां दी। और उस वेले तो मैं इत्थे दस देवां कि जिहड़ी तलवार ने तेग बहादुर बनाया, वो तलवार का फौलाद गुरु नानक देव जी ने तैयार किया है। तो हुण असीं चलदे हां बाबा बकाला दी धरती वल। उधर बाबा बकाला साहब की धरती दे की कुछ वापरिया? करतारपुर साहब तो गुरु हरगोबिंद साहिब ते इकल्ले चले जाते कीरतपुर साहब। बीबी नानकी जी ते अपनी सुपत्नी जी नाल बीबी गुजरी जी दे नाल गुरु तेग बहादुर साहब बकाला साहब आ जाते हैं। बकाला क्योंकि गुरु तेग बहादुर साहब जी का नानका पिंड सी, उत्थे आके जो ठहरा करते हैं तो गुरु तेग बहादुर साहब जी ने जो गुरु नानक साहब जी ने जो प्रसंग चलाया सी, जो रीत चलाई सी, किरत करनी नाम जपनी ते वंड छकना, ते इहदे विच जिहड़ी नाम जपना सी वो भगती वाला स्थान जिहड़ा सी वो बाबा बकाला साहब मिलिया। गुरु तेग बहादुर साहब जी ने उत्थे खास तौर पर भोरा बनवाया, जिन्हों असीं भोरा साहब कहते हाँ। जमीन पुट के एक कमरा थल्ले बनया होया सी, उहदे विच गुरु साहबां ने भगती करनी शुरू की। इतिहास विच पढ़न ते पता चलता है कि 26 साल लगातार गुरु साहबां ने उत्थे भगती की, और ये भगती ते शक्ति एक जगह इकट्ठी करके गुरु साहबां ने दिखाई। और यही भगती जिहड़े आने वाले समय की शहादत की तैयारी सी, ते गुरु साहबां ने बड़े सख्त मन नाल, गुरु साहबां ने बड़ी किरपा दे नाल, बड़ी निमरता दे नाल गुरसिੱਖੀ का होका देंदियां ये भगती ते शक्ति एक जगह इकट्ठी की, ते लगभग 26 साल उत्थे भगती की। और इत्थे एक बड़ी खास घटना वापरदी है, वो ये है कि 8वें पातशाह साहब श्री गुरु हरकृष्ण साहिब जी जदों 1664 विच दिल्ली दे विच ज्योति जोत समाਉਂਦੇ ਹਨ, तो उस वक्त उन्होंने ये बचन अपने मुखों कहे सन कि बाबा बसे ग्राम बकाले जी। तो उस वक्त गुरु हरकृष्ण साहब जी ज्योति जोत समा गए, तो जिन्ने भी धीर मलीए जां होर पखंडी गुरु सन वो आके बकाले आके बस गए, तो अपने आप नूं गुरु कहाउण लग पे। तो घटना ये वापरदी है कि एक बार मक्खण शाह लुबाणा जो कि पाकिस्तान दे वक्त जेहलम दा निवासी सी, वो बहुत तगड़ा व्यापारी सी, बहुत वड्डा व्यापारी सी। उन्हां कोल 500 अंगरक्षक सन, 100 के करीब उन्हां दे समुंदरी जहाज़ चलते सन। तो गुरु तेग बहादुर साहब जी
ਨੂੰ ਤੇ ਉਸਨੇ ਦਰਸ਼ਨ ਨਹੀਂ ਕੀਤੇ ਹੋਏ ਸਨ, ਪਰ ਉਹ ਗੁਰੂ ਜੀ ਨੂੰ ਮੰਨਦਾ ਜ਼ਰੂਰ ਸੀ। ਇੱਕ ਵਾਰ ਉਹ ਸਮੁੰਦਰ ਦੇ ਰਸਤੇ ਦੇ ਵਿੱਚ ਵਪਾਰ ਕਰਨ ਗਿਆ ਹੋਇਆ ਸੀ, ਅਤੇ ਜਦੋਂ ਵਾਪਸੀ 'ਤੇ ਆਏ ਤਾਂ ਉੱਥੇ ਬਹੁਤ ਤੇਜ਼ ਤੂਫਾਨ ਆਇਆ। ਤੇਜ਼ ਤੂਫਾਨ ਦੇ ਵਿੱਚ ਉਹ ਫਸ ਜਾਣ ਕਾਰਨ ਉੱਥੇ ਹੀ ਮੱਖਣ ਸ਼ਾਹ ਲੁਬਾਣੇ ਨੇ ਅਰਦਾਸ ਕੀਤੀ, ਜੋਦੜੀ ਕੀਤੀ ਕਿ ਹੇ ਗੁਰੂ ਨਾਨਕ ਸਾਹਿਬ, ਤੁਹਾਡੀ ਗੱਦੀ 'ਤੇ ਜੋ ਵੀ ਬਿਰਾਜਮਾਨ ਹਨ, ਮੈਂ ਉਹਨਾਂ ਅੱਗੇ ਅਰਦਾਸ ਕਰਦਾ ਹਾਂ, ਬੇਨਤੀ ਕਰਦਾ ਹਾਂ ਕਿ ਮੈਨੂੰ ਇਸ ਤੂਫਾਨ 'ਚੋਂ ਬਚਾਇਆ ਜਾਏ। ਜੀ ਅਰਦਾਸ ਕਹਿੰਦੇ ਹਨ ਕੀੜੀ ਤੋਂ ਲੈ ਕੇ ਹਾਥੀ ਤੱਕ ਦੀ ਸੁਣੀ ਜਾਂਦੀ ਹੈ, ਪਰ ਸ਼ਰਧਾ ਅਤੇ ਸੱਚੀ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ। ਮੱਖਣ ਸ਼ਾਹ ਲੁਬਾਣੇ ਦੀ ਸੱਚੀ ਭਾਵਨਾ ਸੀ, ਉਸ ਦੀ ਅਰਦਾਸ ਪ੍ਰਵਾਨ ਹੋਈ। ਸਮੁੰਦਰੀ ਜਹਾਜ਼ ਵਿੱਚੋਂ ਬਚ ਕੇ, ਸਮੁੰਦਰੀ ਜਹਾਜ਼ ਬਚ ਕੇ ਜਦੋਂ ਉਹ ਉਸ ਤੂਫਾਨ 'ਚੋਂ ਬਚ ਕੇ ਬਾਹਰ ਆਇਆ ਅਤੇ ਆ ਕੇ ਉਹ ਬਾਬਾ ਬਕਾਲਾ ਸਾਹਿਬ ਪਹੁੰਚਿਆ। ਕਿਉਂਕਿ ਉਹੀ ਗੱਲ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਕਿਉਂਕਿ ਜੇਕਰ ਕੋਈ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ ਨਾ, ਤੇ ਗੁਰੂ ਉਸ ਦੀ ਅਰਦਾਸ ਹੈ ਜਿਹੜੀ ਉਹ ਸੁਣਦਾ ਹੈ, ਔਰ ਗੁਰੂ ਉਸ ਨੂੰ ਸਾਰੀਆਂ ਬਖਸ਼ਿਸ਼ਾਂ ਦਿੰਦਾ ਹੈ। ਹੁਣ ਇਸ ਤੋਂ ਅੱਗੇ ਉਹ ਭਾਈ ਮੱਖਣ ਸ਼ਾਹ ਜੀ ਲੁਬਾਣਾ ਜਿਹੜੇ ਉਹ ਇੱਥੇ ਆਉਂਦੇ ਨੇ ਬਾਬਾ ਬਕਾਲਾ ਸਾਹਿਬ, ਅਤੇ ਬਾਬਾ ਬਕਾਲਾ ਸਾਹਿਬ ਜਿਹੜਾ ਉਸ ਵੇਲੇ ਹਾਲਾਤ ਕੀ ਬਣੇ ਹੋਏ ਸਨ, ਔਰ ਉਹ ਸਾਰੇ ਹਾਲਾਤ, ਔਰ ਕਿਵੇਂ ਉਹਨਾਂ ਨੇ ਉਹਨਾਂ ਬਾਈਆਂ ਦੇ ਵਿੱਚੋਂ ਪਛਾਣਿਆ, ਉਹ ਸਾਰਾ ਥੋੜ੍ਹਾ ਜਿਹਾ ਇਤਿਹਾਸ ਪਿੱਛੇ ਜਾਵਾਂ ਕਿ ਜਿਹੜੀ ਕਰਤਾਰਪੁਰ ਸਾਹਿਬ ਜੀ ਦੀ ਜੋ ਬੀੜ ਸੀ, ਇਹ ਮੰਨਿਆ ਜਾਂਦਾ ਸੀ ਸੰਗਤ ਵਿੱਚ ਕਿ ਜਿਸ ਦੇ ਕੋਲ ਉਹ ਬੀੜ ਸਾਹਿਬ ਹੈ ਉਹੀ ਗੁਰੂ ਹੈ ਜੀ। ਪਰ ਧੀਰ ਮੱਲੀਆਂ ਦੇ ਕੋਲ ਤੇ ਬੀੜ ਸੀਗੀ, ਪਰ ਉਹਨਾਂ ਵਿੱਚ ਉਹ ਗੁਰੂ ਗੱਦੀ ਵਾਲੇ ਗੁਣ ਨਹੀਂ ਸਨ ਜੀ। ਗੁਰੂ ਸਾਹਿਬ ਆਪਣੀ ਭਗਤੀ ਅਤੇ ਸ਼ਕਤੀ ਦਾ ਲਗਾਤਾਰ ਪ੍ਰਚਾਰ ਵੀ ਕਰ ਰਹੇ ਸਨ ਅਤੇ ਭਗਤੀ ਵੀ ਕਰ ਰਹੇ ਸਨ। ਅਤੇ ਘਟਨਾ ਇਹ ਵਾਪਰਦੀ ਹੈ ਕਿ ਮੱਖਣ ਸ਼ਾਹ ਲੁਬਾਣਾ ਜਦੋਂ ਉਸ ਦਾ ਜਹਾਜ਼ ਬਚਦਾ ਹੈ ਅਤੇ ਉਹ ਪਹੁੰਚਦਾ ਹੈ ਬਾਬਾ ਬਕਾਲਾ ਸਾਹਿਬ ਆਪਣੀ 500 ਸੋਨੇ ਦੀਆਂ ਮੋਹਰਾਂ ਭੇਂਟ ਕਰਨ ਵਾਸਤੇ, ਕਿਉਂਕਿ ਜਦੋਂ ਅਰਦਾਸ ਕਰਦਾ ਹੈ ਕਹਿੰਦਾ ਹੈ ਕਿ ਗੁਰੂ ਸਾਹਿਬ ਆਪ ਜੀ ਕਿਰਪਾ ਕਰੋ, ਮੈਨੂੰ ਇਸ ਤੂਫਾਨ 'ਚੋਂ ਬਚਾਓ, ਮੈਂ 500 ਸੋਨੇ ਦੀਆਂ ਮੋਹਰਾਂ ਦਾਨ ਕਰਾਂਗਾ। ਪਰ ਜਦੋਂ ਬਕਾਲਾ ਸਾਹਿਬ ਪਹੁੰਚਦਾ ਤਾਂ ਬਕਾਲਾ ਸਾਹਿਬ ਪਹੁੰਚ ਕੇ ਉਸਨੂੰ ਇਹ ਪਤਾ ਚੱਲਦਾ ਹੈ ਕਿ ਇੱਥੇ ਤਾਂ 22 ਮੰਜੀਆਂ ਬੈਠੀਆਂ ਹਨ, 22 ਗੁਰੂ ਬਣ ਬੈਠੇ ਹਨ, ਜਿਹਦੇ ਵਿੱਚ ਪਾਖੰਡੀ, ਧੀਰ ਮੱਲੀਏ ਅਤੇ ਹੋਰ ਵੀ ਬਹੁਤ ਸਾਰੇ ਲੋਕ ਹਨ। ਗੁਰੂ ਸਾਹਿਬਾਂ ਨੂੰ ਉੱਥੇ ਲੱਭਣਾ ਬੜਾ ਔਖਾ ਸੀ। ਅਤੇ ਜੋ ਮੱਖਣ ਸ਼ਾਹ ਲੁਬਾਣਾ ਸੀ ਉਸਨੇ ਕੀ ਕੀਤਾ, ਉਸਨੇ ਸੋਚਿਆ ਕਿਉਂ ਨਾ ਮੈਂ ਇਹਨਾਂ ਨੂੰ 2-2 ਮੋਹਰਾਂ ਸੋਨੇ ਦੀਆਂ ਦੇਵਾਂ, ਜੋ ਮੇਰੇ ਕੋਲੋਂ 500 ਸੋਨੇ ਦੀਆਂ ਮੋਹਰਾਂ ਮੰਗੇਗਾ ਉਹੀ ਅਸਲੀ ਗੁਰੂ ਹੈ, ਕਿਉਂਕਿ ਮੇਰੇ ਮਨ ਦੀ ਗੱਲ ਉਹ ਅਕਾਲ ਪੁਰਖ, ਉਹ ਵਾਹਿਗੁਰੂ, ਉਹ ਗੁਰੂ ਰੂਪ ਹੀ ਜਾਣਦਾ ਹੈ ਜੀ। ਉਸਨੇ ਸਾਰਿਆਂ ਨੂੰ 2-2 ਸੋਨੇ ਦੀਆਂ ਮੋਹਰਾਂ ਦਿੱਤੀਆਂ, ਦਾਨ ਕੀਤੀਆਂ, ਸਾਰਿਆਂ ਨੇ ਬਹੁਤ ਬਖਸ਼ਿਸ਼ਾਂ, ਬੜੀਆਂ ਬਖਸ਼ਿਸ਼ਾਂ ਦਿੱਤੀਆਂ, ਅਸੀਸਾਂ ਦਿੱਤੀਆਂ। ਜਦੋਂ 22 ਵਿੱਚੋਂ ਪਤਾ ਨਾ ਚੱਲਿਆ ਵੀ ਕੋਈ ਵੀ ਅਸਲੀ ਗੁਰੂ ਕੌਣ ਹੈ, ਅਤੇ ਉਸਨੇ ਉਸ ਪਿੰਡ 'ਚ ਪਤਾ ਕੀਤਾ ਕਿ ਹੋਰ ਕੋਈ ਇੱਥੇ ਹੈ। ਪਤਾ ਚੱਲਿਆ ਕਿ ਤੇਗ ਬਹਾਦਰ ਸਾਹਿਬ ਹਨ, ਜੋ ਆਪਣੇ ਭੋਰੇ ਵਿੱਚ ਪਿਛਲੇ ਕਈ ਸਾਲਾਂ ਤੋਂ ਭਗਤੀ ਕਰ ਰਹੇ ਹਨ, ਅਤੇ ਉਹਨਾਂ ਨੂੰ ਜ਼ਰੂਰ ਮਿਲੋ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਮੱਖਣ ਸ਼ਾਹ ਲੁਬਾਣਾ ਜਾਂਦਾ ਹੈ, ਉੱਥੇ ਜਾ ਕੇ ਜਦੋਂ ਉਹਨਾਂ ਦੇ ਭੋਰਾ ਸਾਹਿਬ 'ਚ ਜਾਂਦਾ ਅਤੇ ਤੇਜ ਗੁਰੂ ਸਾਹਿਬਾਂ ਦਾ ਇੰਨਾ ਜ਼ਿਆਦਾ ਸੀ, ਪ੍ਰਕਾਸ਼ ਇੰਨਾ ਜ਼ਿਆਦਾ ਸੀ ਕਿ ਉਸ ਨੂੰ ਦੇਖਣ 'ਤੇ ਹੀ ਪਤਾ ਚੱਲ ਗਿਆ ਸੀ। ਪਰ ਫਿਰ ਵੀ ਉਹ ਚਾਹੁੰਦਾ ਸੀ ਕਿ ਕਿਉਂ ਨਾ ਮੈਂ 2 ਮੋਹਰਾਂ ਰੱਖ ਕੇ ਹੀ ਪ੍ਰੀਖਿਆ ਲਵਾਂ। ਉਸਨੇ ਉਸੇ ਤਰ੍ਹਾਂ ਕੀਤਾ, 2 ਮੋਹਰਾਂ ਰੱਖੀਆਂ, ਅਤੇ ਜਦੋਂ ਉੱਠਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਦਾ ਹੱਥ ਫੜ ਲਿਆ, ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਮੱਖਣ ਸ਼ਾਹ ਜੀ ਤੁਸੀਂ ਵਾਅਦਾ ਤਾਂ 500 ਸੋਨਾ ਦੀਆਂ ਮੋਹਰਾਂ ਦਾ ਕੀਤਾ ਸੀ, ਦਿੰਦੇ 2 ਹੋ। ਇਹ ਸਭ ਕੁਛ ਦੇਖ ਕੇ ਗੁਰੂ ਸਾਹਿਬਾਂ ਨੂੰ ਦੇਖ ਕੇ ਉਹਦੇ ਅੰਦਰ ਦੀ ਖੁਸ਼ੀ ਇੰਨੀ ਜ਼ਿਆਦਾ ਬਾਹਰ ਫੁੱਟ ਕੇ ਆਈ ਕਿ ਉਹ ਉਸੇ ਹੀ ਕੋਠੇ ਦੇ ਉੱਪਰ ਛੱਤ 'ਤੇ ਚੜ੍ਹ ਕੇ ਹੁੱਕਾ ਦੇਣ ਲੱਗ ਗਿਆ, ਗੁਰੂ ਲਾਦੋ ਰੇ, ਭਾਵ ਕਿ ਗੁਰੂ ਲੱਭ ਗਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਿਲ ਗਏ ਹਨ, ਅਸਲੀ ਗੁਰੂ ਤੇਗ ਬਹਾਦਰ ਹਨ। ਇਹ ਸਾਰੇ ਪਾਖੰਡੀ ਹਨ, ਚਾਹੇ ਇਹਨਾਂ ਕੋਲ ਕਰਤਾਰਪੁਰ ਸਾਹਿਬ ਦੀ ਭੀੜ ਵੀ ਹੈ, ਹੋਰ ਵੀ ਇਹਨਾਂ ਕੋਲ ਬਹੁਤ ਸਾਰੀਆਂ ਨਿਸ਼ਾਨੀਆਂ ਹੋਣਗੀਆਂ, ਪਰ ਅਸਲੀ ਗੁਰੂ ਤੇਗ ਬਹਾਦਰ ਹਨ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਫਿਰ ਉਹ ਉੱਥੋਂ ਪ੍ਰਗਟ ਕਰਨ ਤੋਂ ਬਾਅਦ ਮੱਖਣ ਸ਼ਾਹ ਲੁਬਾਣਾ ਅੰਮ੍ਰਿਤਸਰ ਦਰਬਾਰ ਸਾਹਿਬ ਲੈ ਜਾਂਦਾ ਹੈ। ਦਰਬਾਰ ਸਾਹਿਬ ਜਾਣ ਤੋਂ ਪਹਿਲੇ ਵੀ ਇੱਕ ਘਟਨਾ ਘਟਦੀ ਹੈ ਕਿ ਜਦੋਂ ਧੀਰਮਲ ਨੂੰ ਪਤਾ ਚੱਲਦਾ ਮੇਰਾ ਇਹ ਕੰਮ ਫਲੋਪ ਹੋ ਗਿਆ ਹੈ ਕਿ ਮੈਂ ਹੁਣ ਗੁਰੂ ਨਹੀਂ ਬਣ ਪਾਵਾਂਗਾ, ਅਤੇ ਉਸ ਤੋਂ ਬਾਅਦ ਧੀਰਮਲ ਜੋ ਹਮਲਾ ਕਰਦਾ ਗੁਰੂ ਸਾਹਿਬਾਂ 'ਤੇ, ਉਸ ਹਮਲੇ ਬਾਰੇ ਵੀ ਥੋੜ੍ਹਾ ਦੱਸ ਦਿਓ। ਹਾਂਜੀ, ਉਹ ਜਦੋਂ ਧੀਰਮਲ ਨੂੰ ਇਹ ਪਤਾ ਚੱਲਦਾ ਹੈ ਕਿ ਸੰਗਤ ਜੋ ਹੈ ਗੁਰੂ ਤੇਗ ਬਹਾਦਰ ਦੇ ਪਿੱਛੇ ਤੁਰ ਪਈ ਹੈ, ਸਾਰਾ ਚੜ੍ਹਤ ਚੜ੍ਹਾਵਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾਣ ਲੱਗ ਗਿਆ, ਅਤੇ ਉਹ ਸ਼ੀਂਹੇ ਮਸੰਦ ਨਾਲ ਮਿਲ ਕੇ ਉਸਨੇ ਗੁਰੂ ਤੇਗ ਬਹਾਦਰ ਸਾਹਿਬ ਉੱਤੇ ਗੋਲੀ ਵੀ ਚਲਵਾਈ ਜੀ। ਪਰ ਅਕਾਲ ਪੁਰਖ ਦਾ ਭਾਣਾ, ਗੁਰੂ ਸਾਹਿਬਾਂ ਨੂੰ ਗੋਲੀ ਨਹੀਂ ਲੱਗੀ। ਮੱਖਣ ਸ਼ਾਹ ਲੁਬਾਣੇ ਨੇ ਆਪਣੇ ਸਿਪਾਹੀਆਂ ਦੇ ਨਾਲ, ਜਦੋਂ ਉਸਨੂੰ ਇਹ ਪਤਾ ਚੱਲਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ
ਧੀਰਮਲ ਤੇ ਸ਼ੀਂਹ ਮਸੰਦ ਨੇ ਮਿਲ ਕੇ ਹਮਲਾ ਕੀਤਾ ਹੈ ਤੇ ਉਸਨੇ ਦੁਬਾਰਾ ਮੱਖਣ ਸ਼ਾਹ ਦੇ ਉੱਤੇ ਹਮਲਾ ਕਰਕੇ ਕਰਤਾਰਪੁਰ ਸਾਹਿਬ ਵਾਲੀ ਬੀੜ ਤੇ ਧੀਰਮਲ ਤੇ ਸ਼ੀਂਹ ਮਸੰਦ ਦੀਆਂ ਮਸ਼ਕਾਂ ਬੰਨ੍ਹ ਕੇ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਲੈ ਕੇ ਆਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਲੈ ਕੇ ਆਏ ਤੇ ਗੁਰੂ ਤੇਗ ਬਹਾਦਰ ਸਾਹਿਬ ਇੰਨੇ ਦਇਆ ਵਾਲੀ ਭਾਵਨਾ ਹੈ, ਇੰਨੀ ਤਿਆਗੀ, ਇੰਨੀ ਨਿਮਰਤਾ ਕਿ ਗੁਰੂ ਸਾਹਿਬਾਂ ਨੇ ਕਿਹਾ ਕਿ ਭਲਾ ਹੋਏ, ਭਲਾ ਹੋਏ, ਭਲਾ ਹੋਏ ਤੇ ਭਲੇ ਧੀਰਮਲ ਕਿਹਾ ਕਿ ਵੀ ਇਹਨਾਂ ਨੂੰ ਛੱਡ ਦਿਓ। ਮੱਖਣ ਸ਼ਾਹ ਗੁਰੂ ਸਾਹਿਬਾਂ ਦੀ ਇਹ ਦਿਆਲਤਾ ਦੇਖ ਕੇ ਹੋਰ ਹੈਰਾਨ ਹੋ ਗਿਆ ਸੀ। ਤੇ ਇਸ ਤੋਂ ਬਾਅਦ ਅੱਗੇ ਸਤਿਗੁਰੂ ਜੀ ਪਹੁੰਚਦੇ ਨੇ ਅੰਮ੍ਰਿਤਸਰ ਸਾਹਿਬ ਜੀ, ਜਿੱਥੇ ਅੰਮ੍ਰਿਤਸਰ ਜਦ ਕਿ ਉਹਨਾਂ ਦੇ ਪਿਤਾ ਤੇ ਦਾਦੇ ਦਾ ਬਣਿਆ ਹੋਇਆ ਹੈ, ਪਰ ਉੱਥੇ ਵੀ ਉਹਨਾਂ ਦੇ ਜਿਹੜੇ ਆ ਹਰਜੀ ਮਸੰਦ ਨੇ ਦਰਵਾਜ਼ੇ ਬੰਦ ਕਰ ਦਿੱਤੇ ਕਿਉਂਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ। ਸੰਖੇਪ ਜੇ ਦੇ ਵਿੱਚ ਉਹ ਵੀ ਜ਼ਿਕਰ ਕਰ ਦਿਓ ਕਿਉਂਕਿ ਇਦੋਂ ਅਗਲੀ ਵਿਚਾਰ ਹੈ ਜਿਹੜੀ ਉਹ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਤੇ ਇਹ ਵਿਚਾਰ ਥੋੜ੍ਹੀ ਜਿਹੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚਦੇ ਹਨ, ਜਿਹੜੇ ਉਸ ਵਕਤ ਦੇ ਪੁਜਾਰੀ ਸਨ, ਜਿਵੇਂ ਤੁਸੀਂ ਦੱਸਿਆ ਹੈ ਕਿ ਹਰਜੀ ਮਸੰਦ ਜਿਹੜਾ ਸੀ ਉੱਥੇ ਮੁਖੀ ਸੀ, ਜਦੋਂ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਅਸਲੀ ਗੁਰੂ ਲੱਭ ਗਏ ਹਨ ਤੇ ਕਿਤੇ ਹਰਿਮੰਦਰ ਸਾਹਿਬ ਦੀਆਂ ਜਿਹੜੀਆਂ ਗੋਲਕਾਂ ਹਨ, ਚੜ੍ਹਤ ਚੜ੍ਹਾਵਾ ਹੈ, ਦਾਣਾ ਪਾਣੀ ਹੈ, ਅੰਨ ਪਾਣੀ ਹੈ, ਇਹ ਇਸ ਦਾ ਕੀ ਬਣੇਗਾ, ਇਹ ਉਹਨਾਂ ਨੂੰ ਚਲਾ ਜਾਏਗਾ, ਅਸੀਂ ਭੁੱਖੇ ਨਾ ਮਰ ਜਾਈਏ। ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ। ਗੁਰੂ ਤੇਗ ਬਹਾਦਰ ਸਾਹਿਬ ਪਰਿਕਰਮਾ ਤੋਂ ਬਾਹਰ ਹੀ ਬੈਠੇ ਰਹੇ ਔਰ ਇਤਿਹਾਸ ਦੱਸਦਾ ਹੈ ਕਿ ਕਾਫੀ ਸਮਾਂ ਗੁਰੂ ਸਾਹਿਬਾਂ ਨੇ ਉੱਥੇ ਇੰਤਜ਼ਾਰ ਕੀਤਾ। ਜਦੋਂ ਉਹਨਾਂ ਮਸੰਦਾਂ, ਉਹਨਾਂ ਪੁਜਾਰੀਆਂ ਨੇ, ਪਖੰਡੀਆਂ ਨੇ ਦਰਵਾਜ਼ੇ ਨਹੀਂ ਖੋਲ੍ਹੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੋਂ ਜਾਣਾ, ਵਾਪਸ ਜਾਣਾ ਹੀ ਚੰਗਾ ਸਮਝਿਆ। ਤੇ ਅੱਜ ਹਰਿਮੰਦਰ ਸਾਹਿਬ ਦੇ ਵਿੱਚ ਪਰਿਕਰਮਾ ਵਿੱਚ ਉਹ ਥਾਂ ਵੀ ਮੌਜੂਦ ਹੈ ਜਿੱਥੇ ਗੁਰਦੁਆਰਾ ਥੜਾ ਸਾਹਿਬ ਹੈ। ਇਸ ਅਸਥਾਨ 'ਤੇ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਵਿੱਚ ਜਾਣ ਵਾਸਤੇ ਆਗਿਆ ਮੰਗੀ ਸੀ, ਪਰ ਉਹਨਾਂ ਨੇ ਅੱਗੋਂ ਉਹਨਾਂ ਨੂੰ ਜਾਣ ਨਹੀਂ ਦਿੱਤਾ ਸੀ। ਸੋ ਇਹ ਹੈ ਇਤਿਹਾਸ। ਸਾਧ ਸੰਗਤ ਜੀ, ਇਹ ਸੀ ਸਾਡੀ ਵਿਚਾਰਾਂ ਦੀ ਸਾਂਝ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜੀਵਨ 'ਤੇ। ਅੱਜ ਅਸੀਂ ਸਤਿਗੁਰਾਂ ਦੇ ਪ੍ਰਕਾਸ਼ ਤੋਂ ਲੈ ਕੇ ਗੁਰਗੱਦੀ ਤੱਕ ਔਰ ਉਹਨਾਂ ਦੀ ਜੋ ਤਿਆਗ ਦੀ ਮੂਰਤ ਹੈ ਉਸ 'ਤੇ ਤੱਕ ਅਸੀਂ ਵਿਚਾਰਾਂ ਦੀ ਸਾਂਝ ਪਾਈ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਕਿਸ ਤਰ੍ਹਾਂ ਵਸਾਇਆ, ਕਿਸ ਤਰ੍ਹਾਂ ਸਤਿਗੁਰੂ ਸਾਹਿਬਾਂ ਦੀ ਸ਼ਹੀਦੀ ਹੋਈ ਔਰ ਸ਼ਹੀਦੀ ਤੋਂ ਅਗਲੇ ਹਾਲਾਤ ਕੀ ਰਹੇ, ਉਹਨਾਂ ਸਾਰੇ ਹੀ ਵਿਸ਼ਿਆਂ 'ਤੇ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਔਰ ਵੀਰ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ, ਸਾਰੀ ਸੰਗਤ ਨਾਲ ਵਿਚਾਰਾਂ ਪਾਈਆਂ। ਆਸ ਕਰਦੇ ਹਾਂ ਅੱਗੇ ਤੋਂ ਵੀ ਇਸੇ ਤਰ੍ਹਾਂ ਇਹ ਸਾਂਝ ਪਾਉਂਦੇ। ਬਿਲਕੁਲ, ਮੇਰੇ ਵੀਰ ਗੁਰਵੇਲ ਸਿੰਘ ਜੀ ਤੇ ਦਰਸ਼ਕਾਂ ਦਾ ਬਹੁਤ ਧੰਨਵਾਦੀ ਹਾਂ। ਤੇ ਸਿਰਫ ਅਖੀਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਕ ਗੁਰਬਾਣੀ ਦੀ ਤੁਕ ਰਾਹੀਂ ਆਪਣੀ ਸ਼ਰਧਾ ਭੇਟ ਕਰਨਾ ਚਾਹੁੰਦਾ ਹਾਂ ਕਿ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਕਿ ਅਸੀਂ ਉਹ ਇਹ ਅਜਿਹੇ ਜਿਹੇ ਗੁਰੂਆਂ ਦੇ ਸਿਰਫ ਡੰਡੌਤ ਹੀ ਕਰ ਸਕਦੇ ਹਾਂ, ਇਹਨਾਂ ਦੇ ਆਪਣੀ ਸ਼ਰਧਾ ਵੱਧ ਤੋਂ ਵੱਧ ਭੇਟ ਕਰੀਏ, ਗੁਰੂ ਸਾਹਿਬਾਂ ਦੇ ਜੀਵਨ ਨੂੰ ਵਿਚਾਰੀਏ, ਪੜ੍ਹੀਏ, ਸੁਣੀਏ ਤੇ ਗੁਰੂ ਸਾਹਿਬਾਂ ਦੇ ਜੀਵਨ ਤੋਂ ਜਿਹੜੀਆਂ ਸਿੱਖਿਆਵਾਂ ਮਿਲਦੀਆਂ ਹਨ ਉਹਨਾਂ ਨੂੰ ਜੀਵਨ ਵਿੱਚ ਢਾਲ ਕੇ ਚੰਗੇ ਤੇ ਨੇਕ ਗੁਰਸਿੱਖ ਬਣਨ ਦੀ ਕੋਸ਼ਿਸ਼ ਕਰੀਏ। ਸਾਰਿਆਂ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਵੀਰ ਗੁਰਵੇਲ ਸਿੰਘ ਜੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।